ਜਦੋਂ ਮੇਰੀ ਪੰਜਾਬ ਦੇ ਵਿੱਚ ਪੋਸਟਿੰਗ ਹੋਈ, ਭਲਾ ਉਹ ਰੂਰਲ ਏਰੀਆ ਹੋਵੇ, ਭਲਾ ਉਹ ਸ਼ਹਿਰੀ ਏਰੀਆ ਹੋਵੇ, ਮੈਜੋਰਿਟੀ ਕੇਸਿਸ ਉਹ ਕਹਿੰਦੇ ਸੀ, ਜਿਵੇਂ ਕਹਿੰਦੇ ਹੁੰਦੇ ਪੰਜਾਬੀਆਂ ਨੂੰ ਕੋਈ ਕੰਮ ਦੇ ਦਿਓ ਫਿਰ ਸਿਰਾ ਹੀ ਲਾ ਦਿੰਦੇ ਆ। ਆਪਾਂ ਜੀ ਤਸੱਲੀ ਕਰਾਤੀ ਜਾਪਾਨੀਆਂ ਦੀ। ਮਜਬੂਰੀ ਕਾਰਨ ਮੈਨੂੰ ਇੱਕ ਲੋਕਲ ਇੰਜੀਨੀਅਰਿੰਗ ਗਵਰਨਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਪਈ। ਤੁਸੀਂ ਆਪਣੇ ਬੱਚੇ ਨੂੰ UPSC ਕਰਾਓ, IAS PCS ਆਫੀਸਰ ਬਣਾਓ, PCS ਕਰਵਾਓ। ਇੱਥੇ ਇੰਡੀਅਨ 'ਚ ਇੰਨੀਆਂ ਓਪਰਚੁਨਿਟੀਜ਼ ਆ, ਤੁਸੀਂ IIT ਕਰਵਾਓ, ਉਹਨਾਂ ਨੂੰ IIMS ਦੇ ਵਿੱਚ ਭੇਜੋ। ਮੇਰੀ ਬੇਟੀ ਨੇ ਮੇਰੇ ਤੋਂ ਇੱਕ ਬੜਾ ਕੁਐਸਚਨ ਪੁੱਛਿਆ ਜਿਹੜਾ ਮੇਰੇ ਤੀਰ ਵਾਂਗੂ ਚੁੱਭ ਗਿਆ। ਮੇਰੀ ਬੇਟੀ ਨੇ ਮੇਰੇ ਤੋਂ ਪੁੱਛਿਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਨਾਮ ਬਲਰਾਜ ਸਿੰਘ, ਪਿੰਡ ਮਲੂਕਾ, ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ। ਮੇਰਾ ਜਨਮ ਇੱਕ ਲੋਅਰ ਮਿਡਲ ਕਲਾਸ ਫੈਮਿਲੀ ਦੇ ਵਿੱਚ ਹੋਇਆ। 3 ਭੈਣਾਂ ਦਾ ਇੱਕੋ ਇੱਕ ਭਰਾ। ਮਾਂ ਹਾਊਸਵਾਈਫ ਤੇ ਪਿਤਾ ਪੰਜਾਬ ਪੁਲਿਸ ਦੇ ਵਿੱਚ ਸੀ। ਲੋਅਰ ਮਿਡਲ ਕਲਾਸ ਮੈਂ ਇਸ ਲਈ ਕਿਹਾ ਕਿਉਂਕਿ ਜਦੋਂ ਮੇਰੇ ਸਕੂਲ ਦੀ ਫੀਸ ਦਿੱਤੀ ਜਾਂਦੀ ਸੀ ਤਾਂ 3-4 ਮਹੀਨੇ ਸਾਡਾ ਹੱਥ ਹੀ ਨਹੀਂ ਠੀਕ ਹੁੰਦਾ ਸੀ। ਤਾਂ ਮੈਂ +2 ਨਾਨ ਮੈਡੀਕਲ ਕਰਕੇ 76% ਲੈ ਕੇ +2 ਕਲੀਅਰ ਕੀਤੀ। ਬਟ ਓਬਵੀਅਸਲੀ ਵੀ ਮੈਂ ਇੰਜੀਨੀਅਰਿੰਗ ਦੇ ਐਗਜ਼ਾਮਸ ਦਿੱਤੇ, ਪਰ ਪਹਿਲੇ ਸਾਲ ਮੇਰਾ ਨਾ IIT ਹੋਇਆ ਅਤੇ ਨਾ ਹੀ AIEEE ਦੇ ਵਿੱਚ ਕੋਈ ਵਧੀਆ ਕਾਲਜ ਮਿਲਿਆ। ਦੋਸਤਾਂ ਨਾਲ ਸਲਾਹ ਕਰਕੇ 1 ਸਾਲ ਡ੍ਰੌਪ ਕੀਤਾ, ਬਾਹਰ ਕੋਚਿੰਗ ਲੈਣ ਗਏ। ਪਰ ਸਾਲ ਸੀ 2005 ਤੇ ਫਾਦਰ ਸਾਹਿਬ ਨੇ 2007 ਦੇ ਵਿੱਚ ਰਿਟਾਇਰ ਹੋ ਜਾਣਾ ਸੀ। ਉਦੋਂ ਬਾਅਦ ਜਿੰਨੀ ਉਹਨਾਂ ਦੀ ਸੇਵਿੰਗ ਸੀਗੀ ਉਹ ਸਾਰੀ ਸਾਡੇ 4 ਭੈਣ ਭਰਾਵਾਂ ਦੇ ਉੱਤੇ ਤੇ ਭੈਣਾਂ ਦੇ ਵਿਆਹ ਤੇ ਲੱਗ ਚੁੱਕੀ ਸੀ। ਤਾਂ ਅਗਲੀ ਵਾਰੀ ਮੇਰੀ ਸੀ ਪਰਿਵਾਰ ਦੀ ਡੋਰ ਸਾਂਭਣ ਲਈ। ਤਾਂ ਮੈਂ ਕੁਝ ਹਾਲਾਤ ਇੱਦਾਂ ਦੇ ਬਣੇ ਵੀ ਮੈਂ ਜਿਹੜਾ ਸਾਲ ਡ੍ਰੌਪ ਕੀਤਾ ਸੀ ਉਦੋਂ 2 ਮਹੀਨੇ ਛੱਡ ਕੇ ਉਹ ਵਾਪਸ ਆ ਗਿਆ ਅਤੇ ਮਜਬੂਰੀ ਕਾਰਨ ਮੈਨੂੰ ਇੱਕ ਲੋਕਲ ਇੰਜੀਨੀਅਰਿੰਗ ਗਵਰਨਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਪਈ। ਜਦ ਮੈਂ ਪਹਿਲਾ ਦਿਨ ਕਾਲਜ ਦੇ ਵਿੱਚ ਲਗਾ ਕੇ ਘਰੇ ਆਇਆ ਤਾਂ ਮੈਂ ਆ ਕੇ ਆਪਣੀ ਮਾਂ ਦੀ ਗੋਦ ਵਿੱਚ ਬਹੁਤ ਜ਼ਿਆਦਾ ਰੋਇਆ। ਮੈਨੂੰ ਇੱਦਾਂ ਲੱਗ ਰਿਹਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋ ਗਈ, ਹੁਣ ਅੱਗੇ ਮੈਂ ਕੁਝ ਨਹੀਂ ਕਰ ਸਕਦਾ। ਤਾਂ ਮਦਰ ਨੇ ਮੈਨੂੰ ਸਮਝਾਇਆ, ਕਹਿੰਦੇ ਪੁੱਤ ਛੋਟੇ ਕਾਲਜ ਦੇ ਵਿੱਚ ਕਿਹੜਾ ਬੱਚੇ ਜੌਬ ਨਹੀਂ ਲੈ ਸਕਦੇ, ਛੋਟੇ ਕਾਲਜ ਦੇ ਵਿੱਚ ਕਿਹੜਾ ਬੱਚੇ ਅੱਗੇ ਜ਼ਿੰਦਗੀ ਦੇ ਵਿੱਚ ਆਫਿਸਰ ਨਹੀਂ ਬਣ ਸਕਦੇ। ਤੂੰ ਇੰਨੇ ਦ੍ਰਿੜ ਇਰਾਦੇ ਨਾਲ ਇਸ ਅੱਗੇ ਜਾ ਤਾਂ ਜੋ ਦੁਨੀਆ ਦੇਖਦੀ ਰਹਿ ਜੇ। ਮੈਂ ਉਸ ਟੀਚਰ ਨੂੰ ਲੈ ਕੇ ਚੱਲਿਆ, ਕਾਲਜ ਦੇ ਵਿੱਚ ਆਇਆ, ਬਹੁਤ ਮਿਹਨਤ ਕੀਤੀ ਤਾਂ ਮੈਂ ਕਾਲਜ ਟੌਪ ਕੀਤਾ। ਮੇਰੇ ਦੋਸਤ ਅਕਸਰ ਮੇਰੇ ਤੋਂ ਹੱਸਦੇ ਸੀ, ਕਹਿੰਦੇ ਬਲਰਾਜ ਆਪਣੇ ਕਾਲਜ ਦੇ ਵਿੱਚ ਪ੍ਰੋਬਲਮ ਹੈ ਕਿ ਇੱਥੇ ਟੌਪਰਸ ਨੂੰ ਕਦੇ ਪਲੇਸਮੈਂਟ ਨਹੀਂ ਹੁੰਦੀ, ਬਾਕੀ ਸਾਰਿਆਂ ਦੀ ਹੋ ਜਾਂਦੀ ਹੈ। ਤਾਂ ਮੈਂ ਵੀ ਉਹਨਾਂ ਨੂੰ ਹੱਸ ਦਿੰਦਾ ਸੀ। ਮੈਂ ਕਿਹਾ ਇਸ ਵਾਰੀ ਰਿਕਾਰਡ ਮੈਂ ਤੋੜੂੰਗਾ। ਜਦ ਪਲੇਸਮੈਂਟ ਦੀ ਵਾਰੀ ਆਈ ਤਾਂ ਮੇਰੀ ਪਲੇਸਮੈਂਟ ਨਹੀਂ ਹੋਈ। ਤਾਂ ਮੈਨੂੰ ਇਹ ਵੀ ਕਹਿੰਦੇ ਸੀ ਬਲਰਾਜ ਤੂੰ ਕਾਲਜ ਟੌਪ ਕੀਤਾ ਤਾਂ ਤੂੰ ਕਿਉਂ ਨਹੀਂ MTech ਵਗੈਰਾ IIT ਦੇ ਵਿੱਚ ਕਰ ਲੈਂਦਾ ਜਾਂ MS ਕਰਕੇ ਫੋਰਨ ਕੰਟਰੀ ਦੇ ਵਿੱਚ ਚਲਾ ਜਾਂਦਾ। ਤਾਂ ਮੈਂ ਉਹਨਾਂ ਨੂੰ ਇਹੀ ਕਹਿੰਦਾ ਸੀ ਵੀ ਸਾਲ 2007 ਦੇ ਵਿੱਚ ਫਾਦਰ ਸਾਹਿਬ ਰਿਟਾਇਰ ਹੋ ਗਏ, ਹੁਣ ਮੈਂ ਤਾਂ ਜੌਬ ਹਰ ਹਾਲਤ ਦੇ ਵਿੱਚ ਲੈਣੀ ਹੈ। ਇੰਜੀਨੀਅਰਿੰਗ ਦੇ ਵਿੱਚ ਸਾਡੇ ਲਾਸਟ ਸਮੈਸਟਰ ਦੇ ਵਿੱਚ ਸਾਡੀ ਟ੍ਰੇਨਿੰਗ ਹੁੰਦੀ ਹੈ, ਜਿੱਥੇ ਮੈਂ ਚੰਡੀਗੜ੍ਹ ਦੇ ਵਿੱਚ ਆ ਕੇ ਮਾਈਕਰੋਸਾਫਟ ਸਰਟੀਫਾਈਡ ਬਣਿਆ ਅਤੇ CCNA ਦੇ ਕੋਚਿੰਗ ਲਿੱਤੀ। ਉਹ ਲੈਣ ਤੋਂ ਬਾਅਦ ਮੈਂ ਅਤੇ ਮੇਰਾ ਦੋਸਤ ਅਸੀਂ ਆਪਣੇ ਰਿਜ਼ਿਊਮੇਜ਼ ਵਗੈਰਾ ਲੈ ਕੇ ਕਈ ਕੰਪਨੀਜ਼ ਦੇ ਵਿੱਚ ਗਏ, ਜਿੱਥੇ ਸਾਨੂੰ ਰਿਸੈਪਸ਼ਨ ਤੋਂ ਹੀ ਮਨਾ ਇਹ ਪੁੱਛ ਕੇ ਕਰ ਦਿੱਤਾ ਜਾਂਦਾ ਸੀ ਵੀ ਆਰ ਯੂ ਅ ਫਰੈਸ਼ਰ। ਅਸੀਂ ਕਈ ਵਾਰੀ ਹੱਸਦੇ ਸੀ ਵੀ ਜੇ ਫਰੈਸ਼ਰ ਨੂੰ ਨੌਕਰੀ ਨਾ ਮਿਲੀ ਤਾਂ ਫਰੈਸ਼ਰ ਤਾਂ ਫਰੈਸ਼ਰ ਹੀ ਰਹਿ ਜਾਊ। ਪਰ ਫਿਰ ਵੀ 10-11 ਆਪਸ਼ਨਸ ਬਾਅਦ ਮੈਨੂੰ ਇੱਕ ਚਾਂਸ ਮਿਲਿਆ ਜਿੱਥੇ ਕਿ ਮੇਰੀ ਪਹਿਲੀ ਨੌਕਰੀ ਲੱਗੀ। ਉਹ ਕੰਪਨੀ ਸੀ ਨੋਕੀਆ ਕੰਪਨੀ ਦੀ, ਇੱਕ ਵੈਂਡਰ ਕੰਪਨੀ ਸੀ, ਜਿੱਥੇ ਉਹ ਟਾਵਰਾਂ ਦੇ ਥੱਲੇ ਇੱਕ ਕਮਰਾ ਹੁੰਦਾ, ਉਹਦੇ ਥੱਲੇ ਜਾ ਕੇ ਇਕਵਿਪਮੈਂਟ ਲਾਉਣੇ ਸੀ। ਜ਼ਰੂਰਤ ਸੀ ਤਾਂ ਮੈਂ ਆਪਣਾ ਬੋਰੀ ਬਿਸਤਰਾ ਚੱਕ ਕੇ ਮੁਕਤਸਰ ਆ ਗਿਆ। ਤਾਂ ਉਹਨਾਂ ਨੇ 2 ਦਿਨਾਂ ਬਾਅਦ ਬਠਿੰਡੇ ਰਿਪੋਰਟਿੰਗ ਕਰਨ ਲਈ ਕਿਹਾ। ਮੈਂ 2 ਦਿਨਾਂ ਬਾਅਦ ਬਠਿੰਡੇ ਗਿਆ ਅਤੇ ਉੱਥੇ ਮੈਂ ਇੱਕ ਕੁਲੀਗ ਨਾਲ ਮਿਲਿਆ ਜਿਹਨੇ ਮੈਨੂੰ ਬਰੀਫ ਔਨ ਕੀਤਾ ਵੀ ਆਹ ਆਪਾਂ ਕੰਮ ਕਰਨਾ ਹੈ। ਬਠਿੰਡੇ ਤੋਂ ਅੱਗੇ, ਭੁੱਚੋ ਤੋਂ ਅੱਗੇ ਪਿੰਡ ਦੇ ਵਿੱਚ ਇੱਕ ਟਾਵਰ ਹੈ, ਉੱਥੇ ਜਾ ਕੇ ਆਪਾਂ ਇਹ ਇਕਵਿਪਮੈਂਟ ਲਗਾਉਣਾ। ਤਾਂ ਅਸੀਂ ਜੀ ਬੈਗ ਦੇ ਵਿੱਚ ਉਹ ਸਮਾਨ ਪਾ ਕੇ ਬੱਸ ਦੇ ਵਿੱਚ ਬੈਠੇ। ਉੱਥੋਂ ਬੱਸ ਜਿਹੜੀ ਪਿੰਡ ਨੂੰ 2 ਘੰਟੇ ਬਾਅਦ ਆਉਂਦੀ ਹੈ ਬੱਸ, ਅਸੀਂ ਉੱਥੇ ਗਏ। ਤਕਰੀਬਨ 3 ਘੰਟਿਆਂ ਬਾਅਦ ਅਸੀਂ ਉਸ ਟਾਵਰ 'ਤੇ ਪਹੁੰਚੇ। ਟਾਵਰ ਦੇ ਵਿੱਚ ਜਾ ਕੇ ਅਸੀਂ ਜਦੋਂ ਇਕਵਿਪਮੈਂਟ ਪੇਚਕਸ ਵਗੈਰਾ ਨਾਲ ਕੱਸਣ ਲੱਗੇ ਤਾਂ 15-20 ਮਿੰਟਾਂ ਬਾਅਦ ਮੈਂ ਉੱਥੇ ਟਾਵਰ ਤੋਂ ਬਾਹਰ ਆਇਆ ਤਾਂ ਮੈਂ ਕੀ ਦੇਖਦਾ, ਇੱਕ ਦੂਰ ਏਰੀਏ ਤੋਂ ਇੱਕ ਕਾਰ ਆ ਰਹੀ ਹੈ ਟਾਵਰ ਵੱਲ। ਜਦੋਂ ਕਾਰ ਆ ਕੇ ਸਾਡੇ ਕੋਲੇ ਰੁਕੀ ਤਾਂ ਕਾਰ ਦੇ ਵਿੱਚੋਂ ਇੱਕ ਡਰਾਈਵਰ ਨਿਕਲਿਆ ਅਤੇ 2 ਬੰਦੇ ਨਿਕਲੇ। ਇੱਕ ਦੇ ਚੰਗੇ ਕੱਪੜੇ ਪਾਏ ਹੋਏ ਸੀ। ਤਾਂ ਉਹ ਬੰਦਾ ਦੂਸਰੇ ਬੰਦੇ ਨੂੰ ਕਹਿਣ ਲੱਗ ਪਿਆ, ਆਹ ਕੰਮ ਕਰ, ਆਹ ਕੰਮ ਕਰ, ਆਹ ਕੰਮ ਕਰ। ਤਾਂ ਮੈਂ ਮਨ ਹੀ ਮਨ ਸੋਚਿਆ ਵੀ ਆਹ ਕੰਮ ਵਧੀਆ, ਕਾਰ ਮਿਲੀ ਹੋਈ ਹੈ, ਬੰਦਾ ਕਹਿੰਦਾ ਆਹ ਕੰਮ ਕਰ, ਉਹ ਕਰ, ਆਪ ਕੁਛ ਕਰਨਾ ਨਹੀਂ, ਆਹ ਕੰਮ ਵਧੀਆ। ਮਨ ਹੀ ਮਨ ਸੋਚਿਆ। ਫਿਰ ਉਹ ਗੱਡੀ ਵਾਲੇ ਚਲੇ ਗਏ। ਅਸੀਂ ਵੀ ਆਪਦਾ ਸਮਾਨ ਇੰਸਟਾਲੇਸ਼ਨ ਕੀਤੀ ਅਤੇ ਕਿਉਂਕਿ ਸਫ਼ਰ ਜ਼ਿਆਦਾ ਸੀ, ਬੱਸ ਪਿੰਡਾਂ ਬੜੀ ਲੇਟ ਆਉਂਦੀ ਸੀ, ਤਾਂ ਅਸੀਂ ਰਾਤ ਨੂੰ ਤਕਰੀਬਨ 8 ਵਜੇ ਧਰਮਸ਼ਾਲਾ ਬਠਿੰਡੇ ਵਾਪਸ ਆਏ। ਡਿਨਰ ਕਰਨ ਤੋਂ ਬਾਅਦ ਜਦੋਂ ਮੈਂ ਉੱਥੇ ਟਹਿਲ ਰਿਹਾ ਸੀ ਧਰਮਸ਼ਾਲਾ ਦੇ ਵਿੱਚ, ਤਾਂ ਮੈਂ ਦੇਖਿਆ ਵੀ ਇੱਕ ਦਰਵਾਜ਼ੇ ਦੇ ਵਿੱਚ 3 ਲੜਕੇ ਲੈਪਟਾਪ 'ਤੇ ਕੰਮ ਕਰ ਰਹੇ ਆ। ਜਦ ਮੈਂ ਗੌਰ ਨਾਲ ਦੇਖਿਆ ਤਾਂ ਉੱਥੇ ਉਹੀ ਲੜਕਾ ਸੀ ਜਿਹੜਾ ਟਾਵਰ 'ਤੇ ਗੱਡੀ
ਦੇ ਵਿੱਚ ਆਇਆ ਸੀ। ਮੈਂ ਥੋੜੀ ਜਿਹੀ ਹਿੰਮਤ ਕਰਕੇ ਉਹ ਲੜਕੇ ਕੋਲੇ ਗਿਆ। ਮੈਂ ਕਿਹਾ ਵੀਰੇ ਤੁਸੀਂ ਉੱਥੇ ਟਾਵਰ ਤੇ ਆਏ ਸੀ, ਮੈਂ ਵੀ ਉੱਥੇ ਸੀਗਾ। ਉਹ ਕਹਿੰਦੇ ਅੱਛਾ ਠੀਕ ਹੈ। ਤਾਂ ਮੈਂ ਉਹਨਾਂ ਨੂੰ ਪ੍ਰੋਫਾਈਲ ਦੱਸੀ ਵੀ ਮੈਂ ਕਿਹਾ ਮੈਂ ਵੀ ਅਸੀਂ ਜੀ ਨੋਕੀਆ ਵਾਸਤੇ ਹੀ ਵੈਂਡਰ ਕੰਪਨੀ ਦੇ ਵਿੱਚ ਮੈਂ ਕੰਮ ਕਰਦਾ, ਪਰ ਮੇਰੀ ਤਨਖਾਹ ਥੋੜੀ ਜਿਹੀ ਘੱਟ ਹੈ। ਤੇ ਮੈਂ ਉਹਨਾਂ ਨੂੰ ਆਪਣੇ ਬਾਰੇ ਕੁਆਲੀਫਿਕੇਸ਼ਨ ਦੱਸੀ। ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਮੈਂ ਆਪਣੇ ਸੀਨੀਅਰਸ ਨਾਲ ਗੱਲ ਕਰੂੰਗਾ ਤੇ ਤੇਰੀ ਪ੍ਰੋਫਾਈਲ ਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਤੈਨੂੰ ਕੰਪਨੀ ਸਾਡੀ ਲੈ ਲੂਗੀ। ਪਰ ਉਹਨਾਂ ਦਾ ਇੱਕ ਪ੍ਰੀ ਰਿਕੁਇਜ਼ਿਟ ਹੈ ਵੀ ਉਹਨਾਂ ਨੇ ਲੈਪਟਾਪਸ ਹੋਣਾ ਜ਼ਰੂਰੀ ਹੈ ਬੰਦੇ ਲਈ। ਮੈਂ ਪੁੱਛਿਆ ਜੀ ਤਨਖਾਹ ਕਿੰਨੀ ਕੁ ਮਿਲ ਜੂ? ਉਹ ਕਹਿੰਦੇ 18 ਤੋਂ 20,000 ਰੁਪਇਆ ਤੈਨੂੰ ਤਨਖਾਹ ਮਿਲ ਜੂਗੀ। ਮੈਂ ਡਰਦੇ ਨੇ ਫਾਦਰ ਸਾਹਿਬ ਨੂੰ ਤਾਂ ਕੀ ਫੋਨ ਕਰਨਾ ਸੀ, ਮੈਂ ਮਦਰ ਨੂੰ ਫੇਰ ਫੋਨ ਘੁਮਾਤਾ। ਮੈਂ ਕਿਹਾ ਵੀ ਮੰਮੀ ਐਂ ਕਰਕੇ ਇੱਕ ਕੰਪਨੀ ਹੈਗੀ ਹੈ ਤੇ ਉਹ ਮੈਨੂੰ 18-20,000 ਰੁਪਇਆ ਦੇ ਦੇਣਗੇ, ਪਰ ਇੱਕ ਪ੍ਰੋਬਲਮ ਹੈ। ਉਹ ਕਹਿੰਦੇ ਕੀ? ਮੈਂ ਕਿਹਾ ਵੀ ਆਪਾਂ ਨੂੰ ਲੈਪਟਾਪ ਲੈਣਾ ਪਊਗਾ। ਮੰਮੀ ਕਹਿੰਦੇ ਵੀ ਦੇਖ ਲਾ ਹੁਣ ਗੁਜ਼ਾਰਾ ਤਾਂ ਮੁਸ਼ਕਿਲ ਨਾਲ ਹੋ ਹੀ ਜਾਂਦਾ ਤੇ ਚੱਲ ਕੋਈ ਨਹੀਂ, ਆਪਾਂ ਪੈਸੇ ਪੂਸੇ ਇਕੱਠੇ ਕਰਕੇ ਤੈਨੂੰ ਲੈਪਟਾਪ ਦੇ ਦਾਂਗੇ, ਫਿਰ ਤੂੰ ਨੋਇਡਾ ਚਲਾ ਜਾਈਂ। ਮੈਂ ਜੀ ਉੱਥੇ ਕੰਪਨੀ ਵਾਲਿਆਂ ਨੂੰ ਮਨਾ ਕਰਕੇ ਵੀ ਮੈਂ ਅੱਗੇ ਹੋਰ ਪੜ੍ਹਨਾ, ਮੈਂ ਆਪਦੇ ਘਰ ਮੁਕਤਸਰ ਆ ਗਿਆ। ਮੈਂ ਮੁਕਤਸਰ ਦੇ ਵਿੱਚ ਪੇਪਰਾਂ ਦੀ ਤਿਆਰੀ ਕਰਨ ਲੱਗਿਆ ਸੀਗਾ। UPSC ਦਾ ਕੀੜਾ ਤਾਂ ਲਾਸਟ ਈਅਰ ਦੇ ਵਿੱਚ ਪੈ ਹੀ ਗਿਆ ਸੀ, ਉਹਦੀ ਤਿਆਰੀ ਕਰਨ ਲੱਗ ਪਿਆ ਮੈਂ। ਤਾਂ ਮੈਨੂੰ 1 ਮਹੀਨੇ ਬਾਅਦ ਮੇਰੇ ਕਾਲਜ ਦੇ ਫਰੈਂਡ ਦਾ ਫੋਨ ਆਉਂਦਾ, ਕਹਿੰਦਾ ਬਲਰਾਜ ਇੱਕ ਨੋਕੀਆ ਸੀਮੈਂਸ ਨੈਟਵਰਕਸ ਨਾਂ ਦੀ ਕੰਪਨੀ ਹੈ ਜਿਹਨੇ ਵੈਕੈਂਸੀਜ਼ ਕੱਢੀਆਂ ਤੇ ਅੱਜ ਲਾਸਟ ਦਿਨ ਹੈ, ਤੂੰ ਫਟਾਫਟ ਜਾ ਕੇ ਫਾਰਮ ਭਰਿਆ। ਉਸ ਦਿਨ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ। ਮੈਂ ਫਾਦਰ ਸਾਹਿਬ ਦਾ ਚੱਕਿਆ ਜੀ ਸਕੂਟਰ ਤੇ ਪੈਂਦੇ ਮੀਂਹ ਦੇ ਵਿੱਚ ਜਾ ਕੇ ਸਾਈਬਰ ਕੈਫੇ ਦੇ ਵਿੱਚ ਜਾ ਕੇ ਮੈਂ ਫਾਰਮ ਭਰਿਆ। 3-4 ਦਿਨਾਂ ਦੇ ਬਾਅਦ ਮੈਨੂੰ ਇੱਕ ਮੇਲ ਆਉਂਦੀ ਹੈ। ਉਹ ਕਹਿੰਦੇ ਵੀ ਡਿਪੈਂਡਿੰਗ ਔਨ ਯਰ ਪ੍ਰੋਫਾਈਲ ਅਸੀਂ ਤੁਹਾਨੂੰ ਸ਼ਾਰਟ ਲਿਸਟ ਕੀਤਾ ਹੈ ਤੇ ਚੰਡੀਗੜ੍ਹ ਫਲਾਣੇ ਸੈਕਟਰ ਦੇ ਵਿੱਚ ਤੁਹਾਡਾ ਪੇਪਰ ਹੈਗਾ ਰਿਟਨ। ਮੈਂ ਜੀ ਪੇਪਰ ਦਿੱਤਾ, ਮੇਰਾ ਪੇਪਰ ਕਲੀਅਰ ਹੋ ਗਿਆ, ਪਰ ਜਿਹੜੇ ਮੇਰੇ ਦੋਸਤਾਂ ਨੇ ਮੈਨੂੰ ਦੱਸਿਆ ਸੀ ਉਹਨਾਂ ਦਾ ਕਿਸੇ ਦਾ ਨਹੀਂ ਹੋਇਆ। ਉਸ ਤੋਂ ਬਾਅਦ ਇੰਟਰਵਿਊ ਰਾਊਂਡ 2 ਇੰਟਰਵਿਊ ਰਾਊਂਡ ਹੋਏ। ਜਦੋਂ ਇੰਟਰਵਿਊ ਰਾਊਂਡ ਕੰਪਲੀਟ ਹੋ ਗਿਆ, ਅਸੀਂ 10 ਕੁ ਜਾਣੇ ਬੈਠੇ ਸੀ ਉਸ ਹਾਲ ਦੇ ਵਿੱਚ। ਤਾਂ ਨੋਕੀਆ ਸੀਮੈਂਸ ਨੈਟਵਰਕਸ ਦਾ ਇੱਕ ਅਫੀਸ਼ੀਅਲ ਆਉਂਦੇ ਆ ਤੇ ਉਹ 6 ਬੰਦਿਆਂ ਦੇ ਨਾਮ ਲੈਂਦੇ ਆ ਤੇ ਉਹਨਾਂ ਨੂੰ ਕਹਿੰਦੇ ਖੜੇ ਹੋ ਜਾਓ ਜੀ। ਫਿਰ ਕਹਿੰਦੇ ਵੀ ਯੂ ਆਲ ਪੀਪਲ ਹੈਵ ਨਾਟ ਬੀਨ ਸ਼ਾਰਟਲਿਸਟਡ, ਸੌਰੀ ਫॉर दैट, ਐਂਡ ਯੂ ਆਲ ਪੀਪਲ ਸਿਟਿੰਗ, ਜਿਨ੍ਹਾਂ ਦੇ ਵਿੱਚੋਂ ਚਾਰਾਂ ਚੋਂ ਮੈਂ ਸੀਗਾ, ਯੂ ਹੈਵ ਬੀਨ ਸਿਲੈਕਟਡ, ਕੰਗ੍ਰੈਚੁਲੇਸ਼ਨਸ, ਯੂ ਪਲੀਜ਼ ਕਮ ਅਪਸਟੇਅਰ ਐਂਡ ਕਲੈਕਟ ਯੋਰ ਆਫਰ ਲੈਟਰਸ। ਉਹ ਦਿਨ ਮੇਰੇ ਲਈ ਬੜੀ ਖੁਸ਼ੀ ਦਾ ਸੀ ਜਿੱਥੇ ਨੋਕੀਆ ਸੀਮੈਂਸ ਨੈਟਵਰਕਸ ਪੂਰੇ ਵਰਲਡ ਦੀ ਸੈਕੰਡ ਲਾਰਜੈਸਟ MNC ਸੀ। ਮੇਰੀ ਉੱਥੇ ਪਲੇਸਮੈਂਟ ਹੋ ਚੁੱਕੀ ਸੀ। ਤਾਂ ਹੁਣ ਮੈਨੂੰ ਲੱਗਦਾ ਸੀ ਵੀ ਇਹ ਸਮਾਂ ਸ਼ੁਰੂ ਹੋ ਚੁੱਕਿਆ ਹੈ ਵੀ ਮੈਂ ਹੁਣ ਆਪਣੇ ਮਾਪਿਓ ਦੀ ਮਿਹਨਤ ਦਾ ਉਹਨਾਂ ਦੀ ਸੇਵਾ ਕਰ ਸਕਾਂ। ਨੋਕੀਆ ਦੇ ਵਿੱਚ ਆਏ ਜੀ, 2 ਮਹੀਨੇ ਬਾਅਦ ਟ੍ਰੇਨਿੰਗ ਕਰਕੇ ਅਸੀਂ ਚੰਡੀਗੜ੍ਹ ਦੇ ਆਫਿਸ ਦੇ ਵਿੱਚ ਹੀ ਆਏ। ਜਦੋਂ ਮੈਂ ਆਫਿਸ ਐਂਟਰ ਕੀਤਾ ਤਾਂ ਮੈਂ ਉੱਥੇ ਉਹੀ ਲੜਕੇ ਨੂੰ ਦੇਖਿਆ ਜਿਹੜਾ ਗੱਡੀ ਲੈ ਕੇ ਉਸ ਦਿਨ ਟਾਵਰ ਤੇ ਆਇਆ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀਰੇ ਤੁਸੀਂ ਇੱਥੇ ਕਿਵੇਂ? ਉਹ ਕਹਿੰਦਾ ਵੀ ਅਸੀਂ ਬਲਰਾਜ ਨੋਕੀਆ ਦੇ ਵੈਂਡਰ ਹੋਣ ਕਰਕੇ ਕਦੇ ਅਸੀਂ ਨੋਕੀਆ ਦੇ ਆਫਿਸ ਦੇ ਵਿੱਚ ਵੀ ਆ ਕੇ ਕੰਮ ਕਰ ਲਈਦਾ। ਤਾਂ ਮੈਨੂੰ ਕਹਿੰਦੇ ਤੂੰ ਕਿਵੇਂ ਇੱਥੇ? ਮੈਂ ਕਿਹਾ ਸਰ ਮੈਂ ਨੋਕੀਆ ਦੇ ਵਿੱਚ ਸਿਲੈਕਟ ਹੋ ਗਿਆ। ਉਹ ਕਹਿੰਦੇ ਕਮਾਲ ਕਰਤੀ ਯਾਰ, ਤੂੰ ਤਾਂ ਸਾਡਾ ਅਫਸਰ ਬਣ ਗਿਆ। ਤਾਂ ਮੈਂ ਉਹਨਾਂ ਦੇ ਮੂਹਰੇ ਤਾਂ ਕੀ ਬੋਲਣਾ ਸੀ, ਪਰ ਉਸ ਦਿਨ ਬੜੀ ਖੁਸ਼ੀ ਹੋਈ ਵੀ ਹਾਂ ਕੁਝ ਜ਼ਿੰਦਗੀ ਦੇ ਵਿੱਚ ਅਚੀਵ ਕੀਤਾ। ਨੋਕੀਆ ਦਾ ਸਮਾਂ ਐਂ ਚੱਲਦਾ ਰਿਹਾ, ਬਹੁਤ ਮਿਹਨਤ ਕੀਤੀ ਨੋਕੀਆ ਦੇ ਵਿੱਚ ਵੀ। ਤਾਂ ਮੇਰੀ ਪਰਫਾਰਮੈਂਸ ਨੂੰ ਦੇਖ ਕੇ ਮੇਰੇ ਸੀਨੀਅਰਸ ਨੇ ਮੈਨੂੰ ਉਸ ਟਾਈਮ 2010 ਦੇ ਵਿੱਚ ਟਾਟਾ ਡੋਕੋਮੋ ਕੰਪਨੀ ਦਾ 3G ਨੈਟਵਰਕ ਲਾਂਚ ਹੋਣਾ ਸੀਗਾ ਤੇ ਮੇਰੀ ਪਰਫਾਰਮੈਂਸ ਦੇਖ ਕੇ ਮੇਰੇ ਸੀਨੀਅਰਸ ਨੇ ਮੈਨੂੰ 3G ਦੀ ਪਰਫਾਰਮੈਂਸ ਦਾ ਇੰਚਾਰਜ ਬਣਾਇਆ। 3G ਦਾ ਇੰਚਾਰਜ ਬਣਾਉਣ ਤੋਂ ਬਾਅਦ ਮੈਂ ਬਹੁਤ ਪੜ੍ਹਿਆ, ਬਹੁਤ ਮਿਹਨਤ ਕੀਤੀ, ਬਹੁਤ ਲਿਖਿਆ ਤੇ ਇੱਕ ਟਾਈਮ ਤੇ ਇੰਨਾ ਨਾਮ ਹੋ ਗਿਆ ਸੀ ਵੀ ਪੂਰੇ ਇੰਡੀਆ ਦੇ ਵਿੱਚ ਟਾਟਾ ਡੋਕੋਮੋ ਦੇ ਸਰਕਲਸ ਦੇ ਵਿੱਚ ਇਹ ਗੱਲ ਹੁੰਦੀ ਸੀ ਵੀ ਜੇ ਕਿਸੇ ਨੂੰ 3G ਦੇ ਵਿੱਚ ਪ੍ਰੋਬਲਮ ਹੈ ਤਾਂ ਚੰਡੀਗੜ੍ਹ ਸਰਕਲ, ਪੰਜਾਬ ਸਰਕਲ ਦੇ ਵਿੱਚ ਇੱਕ ਬਲਰਾਜ ਨਾਂ ਦਾ ਮੁੰਡਾ, ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰ ਲਓ, ਤੁਹਾਡੀ ਪ੍ਰੋਬਲਮ ਸੋਲਵ ਹੋ ਜਾਊਗੀ। ਇੱਦਾਂ ਹੀ ਇੱਕ ਹੋਰ ਕਿੱਸਾ ਅੱਗੇ ਵੱਧਦੇ ਗਏ ਤਾਂ ਟਾਟਾ ਡੋਕੋਮੋ ਇੱਕ ਜੁਆਇੰਟ ਵੈਂਚਰ ਕੰਪਨੀ ਸੀਗੀ, ਟਾਟਾ ਇੰਡੀਕਾਮ ਦੀ ਤੇ ਡੋਕੋਮੋ ਕੰਪਨੀ ਜਾਪਾਨ ਦੀ। ਤਾਂ ਜਾਪਾਨ ਦੇ ਡੈਲੀਗੇਟਸ ਨੈਟਵਰਕ ਨੂੰ ਚੈੱਕ ਕਰਨ ਲਈ ਚੰਡੀਗੜ੍ਹ ਆਉਂਦੇ ਆ। ਤਾਂ ਮੈਨੂੰ ਲੈ ਕੇ ਮੇਰੇ 5 ਸੀਨੀਅਰਸ ਅਸੀਂ ਆਫਿਸ ਉਹਨਾਂ ਨਾਲ ਮੀਟਿੰਗ ਕਰਨ ਚਲੇ ਗਏ, ਜਿੱਥੇ ਜਦੋਂ ਅਸੀਂ ਹਾਲ ਦੇ ਵਿੱਚ ਐਂਟਰ ਕੀਤੇ ਉੱਥੇ 14 ਤੋਂ 15 ਜੈਪਨੀਜ਼ ਲੋਕ ਬੈਠੇ ਸੀ ਟਾਟਾ ਡੋਕੋਮੋ ਵਾਲੇ EMPLOYEES ਦੇ ਨਾਲ। ਤਾਂ ਜਦੋਂ ਜੈਪਨੀਜ਼ ਨੇ ਮੀਟਿੰਗ ਸ਼ੁਰੂ ਹੋਈ, ਜੈਪਨੀਜ਼ ਨੇ 3G ਦੇ ਉੱਤੇ ਕੁਐਸਚਨ ਪੁੱਛਿਆ ਤਾਂ ਮੇਰੇ ਸੀਨੀਅਰ ਨੇ ਕਿਹਾ ਵੀ ਬਲਰਾਜ ਤੂੰ 3G ਦੇ ਉੱਤੇ ਦੇਖਦਾ, ਜਵਾਬ ਦਿਓ। ਤਾਂ ਮੈਂ ਬੜਾ ਹੈਰਾਨ ਹੋਇਆ, ਮੈਂ 6 ਸਾਲ ਜੂਨੀਅਰ ਸੀਗਾ ਤਾਂ ਮੈਨੂੰ ਲੱਗਿਆ ਵੀ ਇਹ ਓਪਰਚੁਨਿਟੀ ਲੈਣੀ ਚਾਹੀਦੀ ਹੈ। ਤਾਂ ਜਿਹੜਾ ਵੀ ਉਹਨਾਂ ਨੇ ਕੁਐਸਚਨ ਪੁੱਛੇ, ਜਿਵੇਂ ਕਹਿੰਦੇ ਹੁੰਦੇ ਪੰਜਾਬੀਆਂ ਨੂੰ ਕੋਈ ਕੰਮ ਦੇ ਦਿਓ ਫਿਰ ਸਿਰਾ ਹੀ ਲਾ ਦਿੰਦੇ ਆ, ਆਪਾਂ ਜੀ ਤਸੱਲੀ ਕਰਾਤੀ ਜਾਪਾਨੀਆਂ ਦੀ। ਐਂ ਚੱਲਦਾ ਰਿਹਾ ਜੀ ਸਮਾਂ। ਫਿਰ ਜਿਹੜਾ ਸਰਕਾਰੀ ਨੌਕਰੀ UPSC ਦਾ ਕੀੜਾ ਸੀਗਾ ਉਹ ਹਜੇ ਵੀ ਬਰਕਰਾਰ ਸੀਗਾ ਤਾਂ ਮੈਂ ਨਾਲ ਦੀ ਨਾਲ ਤਿਆਰੀ ਵੀ ਕਰਨੀ ਸ਼ੁਰੂ ਕੀਤੀ। ਸਾਲ 2013 ਦੇ ਵਿੱਚ ਮੇਰਾ UPSC ਪੇਪਰ ਤਾਂ ਨਹੀਂ ਕਲੀਅਰ ਹੋਇਆ, ਪਰ ਮੇਰਾ ਲਾਈਨ ਵਾਰ ਸਟੇਟ ਬੈਂਕ ਆਫ ਇੰਡੀਆ PO, ਯੂਨਾਈਟਿਡ ਇੰਡੀਆ ਇੰਸ਼ੋਰੈਂਸ, RBI, RRB ਦੇ ਪੇਪਰ ਕਲੀਅਰ ਹੋਏ। ਫਿਰ ਫਾਈਨਲੀ ਸਟੇਟ ਬੈਂਕ ਆਫ ਇੰਡੀਆ ਦਾ ਦੋਸਤਾਂ ਨਾਲ, ਪੈਰੈਂਟਸ ਨਾਲ ਸਲਾਹ ਕਰਕੇ ਸਟੇਟ ਬੈਂਕ ਆਫ ਇੰਡੀਆ ਦਾ PO ਸਿਲੈਕਟ ਕੀਤਾ। PO ਦੇ ਵਿੱਚ ਅਸੀਂ ਟੋਟਲ 15 ਲੱਖ ਐਪਲੀਕੇਸ਼ਨ ਸੀਗੀਆਂ ਆਲ ਓਵਰ ਇੰਡੀਆ ਤੇ ਅਸੀਂ ਆਲ ਓਵਰ ਇੰਡੀਆ 3500 ਜਾਣਾ ਸਿਲੈਕਟ ਹੋਇਆ। 3500 ਦੇ ਵਿੱਚੋਂ ਚੰਡੀਗੜ੍ਹ ਸਰਕਲ ਜਿਹੜੇ ਕਿ 5 ਸਟੇਟ ਆਉਂਦੇ ਆ, ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ ਤੇ ਹਿਮਾਚਲ, ਉਹਦੇ ਵਿੱਚੋਂ ਅਸੀਂ 117 ਜਾਣੇ ਸਿਲੈਕਟ ਹੋਏ। ਬੈਂਕ ਦੇ ਵਿੱਚ ਆਏ। ਬੈਂਕ ਦੇ ਵਿੱਚ ਬਿਲਕੁਲ ਪ੍ਰਾਈਵੇਟ ਸੈਕਟਰ ਨਾਲੋਂ ਬਿਲਕੁਲ ਪਬਲਿਕ ਸੈਕਟਰ ਡਿਫਰੈਂਟ।
ਪਬਲਿਕ ਡੀਲਿੰਗ, ਸਾਨੂੰ ਉੱਥੇ 2 ਸਾਲ ਦੀ ਟ੍ਰੇਨਿੰਗ ਹੋਣੀ ਸੀ ਸਾਡੀ, ਜਿੱਥੇ ਸਾਨੂੰ ਸਿਖਾਇਆ ਗਿਆ ਇੱਕ ਬਿਜ਼ਨਸ ਲੋਨ ਕਿਵੇਂ ਕਰਨੇ ਆ, ਪਰਸਨਲ ਲੋਨਸ ਕਿਵੇਂ ਕਰਨੇ ਆ, ਪਬਲਿਕ ਡੀਲਿੰਗ ਕਿਵੇਂ ਕਰਨੀ ਹੈ, ਤੁਸੀਂ ਕੈਸ਼ ਮੈਨੇਜਮੈਂਟ ਕਿਵੇਂ ਕਰਨੀ ਆ, ਆਰਬੀਆਈ ਦੀਆਂ ਗਾਈਡਲਾਈਨਸ ਨੂੰ ਕਿਵੇਂ ਡੀਲ ਕਰਨਾ, ਸਾਨੂੰ A to Z ਸਾਰੀ ਟ੍ਰੇਨਿੰਗ ਦਿੱਤੀ ਗਈ। ਪਰਫਾਰਮੈਂਸ ਚੰਗੀ ਸੀ, ਪੂਰਾ ਜ਼ੋਰ ਲਾ ਕੇ ਕੰਮ ਕੀਤਾ ਜੀ ਉੱਥੇ। 2 ਸਾਲ 2013 ਤੋਂ ਲੈ ਕੇ 2022 ਦੇ ਵਿੱਚ ਤੱਕ ਮੈਂ ਸਟੇਟ ਬੈਂਕ ਦੇ ਵਿੱਚ ਰਿਹਾ। ਤਾਂ ਇਹਨਾਂ ਤਕਰੀਬਨ 8.5 ਸਾਲ ਦੇ ਸਰਵਿਸ ਦੇ ਵਿੱਚ ਮੈਂ 5 ਸਾਲ ਐਜ਼ ਅ ਬ੍ਰਾਂਚ ਮੈਨੇਜਰ ਵੀ ਰਿਹਾ। ਪ੍ਰਮੋਸ਼ਨਸ ਹੁੰਦੀਆਂ ਗਈਆਂ, ਪ੍ਰੋਬੇਸ਼ਨਰੀ ਆਫਿਸਰਸ ਤੋਂ ਅਸਿਸਟੈਂਟ ਮੈਨੇਜਰ ਤੋਂ ਡਿਪਟੀ ਮੈਨੇਜਰ ਤੋਂ ਮੈਨੇਜਰ, ਸਾਰੀਆਂ ਪ੍ਰਮੋਸ਼ਨਸ ਲਗਾਤਾਰ ਹੁੰਦੀਆਂ ਗਈਆਂ ਡਿਪੈਂਡਿੰਗ ਔਨ ਪਰਫਾਰਮੈਂਸ। ਤੇ 4 ਸਾਲ ਮੇਰੀ ਟੌਪ ਰੇਟਿੰਗ ਰਹੀ। ਸਿਰਫ 5 ਤੋਂ 10% ਹੀ ਲੋਕ ਸਟੇਟ ਬੈਂਕ ਦੇ EMPLOYEES ਆਲ ਓਵਰ ਇੰਡੀਆ ਚੁਣੇ ਜਾਂਦੇ ਹੈ, ਤੇ ਮੇਰੀ ਟੌਪ ਰੇਟਿੰਗ ਉਹਨਾਂ ਦੇ ਵਿੱਚ ਵੀ ਰਹੀ, ਮੈਂ ਉਹਨਾਂ ਦੇ ਵਿੱਚ ਵੀ ਰਹਿੰਦਾ ਸੀ। ਤਾਂ ਹੁੰਦਾ ਕੀ ਸੀ, ਜਦੋਂ ਮੈਂ ਇਸ ਪੀਰੀਅਡ ਦੇ ਦੌਰਾਨ ਡੀਮੋਨੀਟਾਈਜੇਸ਼ਨ, ਨੋਟਬੰਦੀ ਦੇ ਵਿੱਚ ਵੀ ਗਏ, ਕੋਵਿਡ ਦੇ ਦੌਰਾਨ ਵੀ ਅਸੀਂ ਰਹੇ, 2 ਵਾਰੀ ਕੋਵਿਡ ਹੋਇਆ, ਪਰਿਵਾਰ ਵੀ ਪੂਰਾ ਕੋਵਿਡ ਅਫੈਕਟਡ ਰਿਹਾ, ਪਰ ਤਾਂ ਵੀ ਸਰਵਿਸਿਜ਼ ਰਹੀਆਂ। ਉਸ ਤੋਂ ਬਾਅਦ ਅਸੀਂ ਬੈਂਕ ਦੇ ਵਿੱਚ ਮਿਹਨਤ ਕੀਤੀ। ਪਰ ਮੇਰਾ ਇੱਕ ਜਦੋਂ ਮੈਂ ਹਰਿਆਣਾ ਦੇ ਵਿੱਚ ਪਿੰਡਾਂ ਦੀਆਂ ਬ੍ਰਾਂਚਾਂ ਦੇ ਵਿੱਚ ਪੋਸਟਡ ਸੀਗਾ ਜਾਂ ਸ਼ਹਿਰੀ ਬ੍ਰਾਂਚਾਂ ਦੇ ਵਿੱਚ ਪੋਸਟਡ ਸੀਗਾ, ਮੈਂ ਇੱਕ ਚੀਜ਼ ਦੇਖੀ, ਲੋਕ ਉੱਥੇ ਲੋਨ ਲੈਣ ਆਉਂਦੇ ਸੀਗੇ, ਉਹ ਆਪਣੀ ਸਪੈਸੀਫਿਕ ਜ਼ਰੂਰਤ ਲਈ ਲੋਨ ਲੈਣ ਆਉਂਦੇ ਸੀ। ਭਲਾ ਉਹ ਬਿਜ਼ਨਸ ਲੋਨ ਹੋਵੇ ਜਾਂ ਬੱਚੇ ਵੀ ਲੋਨ ਲੈਣ ਆਉਂਦੇ ਤਾਂ ਇੰਜੀਨੀਅਰਿੰਗ ਕਰਨੀ ਹੈ ਜੀ, IIT ਦੇ ਵਿੱਚ ਪਲੇਸਮੈਂਟ ਹੋ ਗਈ ਹੈ ਜੀ, MBBS ਕਰਨੀ ਹੈ ਇੰਡੀਆ ਦੇ ਵਿੱਚ, ਫਲਾਣੇ ਕਾਲਜ ਦੇ ਵਿੱਚ ਸਿਲੈਕਸ਼ਨ ਹੋ ਗਈ, ਮੈਜੋਰਿਟੀ ਕੇਸਿਸ। ਪਰ ਜਦੋਂ ਮੇਰੀ ਪੰਜਾਬ ਦੇ ਵਿੱਚ ਪੋਸਟਿੰਗ ਹੋਈ, ਭਲਾ ਉਹ ਰੂਰਲ ਏਰੀਆ ਹੋਵੇ, ਭਲਾ ਉਹ ਸ਼ਹਿਰੀ ਏਰੀਆ ਹੋਵੇ, ਮੈਜੋਰਿਟੀ ਕੇਸਿਸ ਉਹ ਕਹਿੰਦੇ ਸੀ ਲੋਨ ਲੈਣਾ ਜੀ, ਕਿੱਥੇ ਜਾਣਾ ਜੀ, IELTS ਕਰਕੇ ਬਾਹਰ ਜਾਣਾ ਹੈ, ਕਿੱਥੇ ਜਾਣਾ ਜੀ, ਬੱਚੇ ਨੂੰ ਪੈਸੇ ਭੇਜਣੇ ਆ, ਗੋਲਡ ਲੋਨ ਲੈਣਾ ਜੀ। ਲੋਕ ਆਪਣਾ ਗੋਲਡ ਗਿਰਵੀ ਰੱਖ ਕੇ ਆਪਣੇ ਬੱਚੇ ਨੂੰ ਬਾਹਰ ਪੈਸੇ ਭੇਜਦੇ ਸੀ। ਤਾਂ ਮੇਰੇ ਕੋਲ ਇੱਕ ਵਾਰੀ ਪੇਰੈਂਟਸ ਆਉਂਦੇ ਸੀ ਜਦੋਂ ਆਪਣੇ ਬੱਚੇ ਨੂੰ ਨਾਲ, ਮੈਂ ਉਹਨਾਂ ਨੂੰ ਸਮਝਾਉਂਦਾ ਸੀ ਵੀ ਇੰਡੀਆ ਦੇ ਵਿੱਚ ਵੀ ਇੰਨੀਆਂ ਜ਼ਿਆਦਾ ਓਪਰਚੁਨਿਟੀਜ਼ ਹੈ, ਤੁਸੀਂ ਆਪਣੇ ਬੱਚੇ ਨੂੰ UPSC ਕਰਾਓ, IAS PCS ਆਫਿਸਰ ਬਣਾਓ, PCS ਕਰਵਾਓ। ਇੱਥੇ ਇੰਡੀਆ 'ਚ ਇੰਨੀਆਂ ਓਪਰਚੁਨਿਟੀਜ਼ ਹੈ, ਤੁਸੀਂ IIT ਕਰਵਾਓ, ਉਹਨਾਂ ਨੂੰ IIMS ਦੇ ਵਿੱਚ ਭੇਜੋ। ਇੰਨਾ ਆਪਾਂ ਟੈਲੈਂਟ ਕਿਉਂ ਖਰਾਬ ਕਰ ਰਹੇ ਹਾਂ? ਤਾਂ ਉਹਨਾਂ ਨੂੰ ਮੇਰੀ ਗੱਲਾਂ ਨਾਲ ਤਾਂ ਕਨਵਿੰਸ ਹੋ ਜਾਂਦੇ ਸੀ, ਪਰ ਜਦੋਂ 2 ਦਿਨਾਂ ਬਾਅਦ ਮੇਰੇ ਕੋਲੇ ਵਾਪਸ ਆਉਂਦੇ ਸੀ ਤਾਂ ਕਹਿੰਦੇ ਸੀ, ਬੜਾ ਮਾਯੂਸ ਜਿਹਾ ਚਿਹਰਾ ਲੈ ਕੇ ਆਉਂਦੇ, ਕਹਿੰਦੇ, ਮੈਂ ਕਿਹਾ ਕੀ ਹੋ ਗਿਆ ਜੀ? ਕਹਿੰਦੇ ਜੀ ਅਸੀਂ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨਿਆ ਨਹੀਂ। ਮੈਂ ਕਿਹਾ ਜੀ ਕਿਉਂ ਨਹੀਂ ਮੰਨਿਆ? ਕਹਿੰਦੇ ਜੀ ਉਹ ਕਹਿੰਦਾ ਵੀ ਮੇਰਾ ਦੋਸਤ ਬਾਹਰ ਹੈ। ਪ੍ਰੋਬਲਮ ਇੱਥੇ ਹੈ ਜੀ, ਪ੍ਰੋਬਲਮ ਸੋਸਾਇਟੀ ਦੀ ਸੋਚ ਤੇ ਹੈ। ਇੱਕ ਗਿਆ ਉਹਦੇ ਮਗਰ ਦੂਜਾ ਗਿਆ ਜੀ, ਉਹ ਕਹਿੰਦਾ ਮੇਰਾ ਦੋਸਤ ਗਿਆ ਮੈਂ ਵੀ ਬਾਹਰ ਜਾਣਾ ਹੈ, ਤੀਜਾ ਗਿਆ ਜੀ, ਚੌਥਾ ਵੀ ਉਹਦੇ ਤਿਆਰ ਹੈ ਜੀ, ਪਰ ਜਾਣਾ ਕਿੱਥੇ, ਉੱਥੇ ਜਾ ਕੇ ਕਰਨਾ ਕੀ ਹੈ, ਇਹ ਕਿਸੇ ਨੂੰ ਕਲੀਅਰ ਨਹੀਂਗਾ। ਮੈਂ ਨਹੀਂ ਕਹਿੰਦਾ ਵੀ ਬਾਹਰ ਜਾਣਾ ਮਾੜਾ ਹੈ, ਬਾਹਰ ਜਾਓ, ਪਰ ਹਾਰਵਰਡ, ਵਾਟਨ, ਸਟੈਨਫੋਰਡ ਵਰਗੀਆਂ, ਆਕਸਫੋਰਡ ਵਰਗੀਆਂ ਯੂਨੀਵਰਸਿਟੀਜ਼ ਦੇ ਵਿੱਚ ਜਾਈਏ, ਆਪਾਂ ਵਾਈਟ ਕਾਲਰ ਜੌਬ ਲਈਏ ਬਾਹਰ ਜਾ ਕੇ। ਪਰ ਮੈਂ ਅੰਦਰੋਂ ਅੰਦਰ ਹੀ ਕੁਲਝਦਾ ਰਹਿੰਦਾ ਸੀ ਇਹ ਚੀਜ਼ ਨੂੰ ਵੀ ਇਹ ਕਿਵੇਂ ਹੋਊਗੀ। ਜੇ ਮੈਂ ਕਿਸੇ ਨੂੰ ਦੱਸਦਾ ਸੀ ਤਾਂ ਆਪ ਹੀ ਮਨ 'ਚ ਸੋਚਦਾ ਸੀ ਵੀ ਮੈਨੂੰ ਇਹ ਲੋਕ ਕਹਿਣਗੇ ਵੀ ਤੈਨੂੰ ਕੀ ਪ੍ਰੋਬਲਮ ਹੈ, ਤੇਰੀ ਤਨਖਾਹ ਆਈ ਜਾਂਦੀ ਹੈ, ਤੈਨੂੰ ਐਡੀ ਵੱਡੀ ਕਿੱਡੀ ਪ੍ਰੋਬਲਮ ਹੈ। ਮੇਰਾ ਸਬਰ ਦਾ ਬੰਨ੍ਹ ਜੀ ਉਦੋਂ ਟੁੱਟਿਆ ਜਦੋਂ ਮੈਂ ਆਪਣੀ ਬੇਟੀ ਨੂੰ ਇੱਕ ਐਕਟਿਵਾ 'ਤੇ ਅਸੀਂ ਜਦੋਂ ਜਾਂਦੇ ਹੁੰਦੇ ਸੀ, ਜਦੋਂ ਛੁੱਟੀ ਹੁੰਦੀ ਸੀ, ਮੇਰੀ ਬੇਟੀ ਨਰਸਰੀ ਕਲਾਸ ਦੇ ਵਿੱਚ ਪੜ੍ਹਦੀ ਸੀ, ਤਾਂ ਅਸੀਂ ਮੈਨੂੰ ਐਕਟਿਵਾ ਦੇ ਅੱਗੇ ਖੜੇ ਕਰਕੇ ਤੇ ਅਸੀਂ ਪੋਇਮਾਂ ਗਾਉਂਦੇ ਜਾਂਦੇ ਸੀ ਜਦੋਂ ਉਹਨੂੰ ਕਿਤੇ ਆਈਸਕ੍ਰੀਮ ਦਵਾਉਣ ਜਾਣਾ ਸੀ। ਤਾਂ ਸਾਡੇ ਸ਼ਹਿਰ ਦੇ ਵਿੱਚ ਇੱਕ 60 ਫੁੱਟੀ ਰੋਡ ਹੈ ਜਿਹਦੇ ਇੱਧਰਲੇ ਪਾਸੇ ਵੀ IELTS ਇੰਸਟੀਟਿਊਟ ਹੈ, ਇੱਧਰ ਵੀ IELTS ਇੰਸਟੀਟਿਊਟ ਹੈ। ਜਦੋਂ ਮੈਂ ਉਹ ਰਾਹ ਦੇ ਵਿੱਚ ਜਾ ਰਿਹਾ ਸੀ ਤਾਂ ਮੇਰੀ ਬੇਟੀ ਨੇ ਮੇਰੇ ਤੋਂ ਇੱਕ ਬੜਾ ਕੁਐਸਚਨ ਪੁੱਛਿਆ ਜਿਹੜਾ ਮੇਰੇ ਤੀਰ ਵਾਂਗੂ ਚੁੱਭ ਗਿਆ। ਮੇਰੀ ਬੇਟੀ ਨੇ ਮੇਰੇ ਤੋਂ ਪੁੱਛਿਆ ਆਪਦੇ ਬਚਪਨੇ ਦੇ ਵਿੱਚ, ਕਹਿੰਦੀ ਪਾਪਾ यहाँ पे कनाडा का झंडा है, यहाँ पे अमेरिका का झंडा है, यहाँ पे न्यूजीलैंड का झंडा है, पापा इसमें इंडिया का झंडा क्या है? ਮੇਰੇ ਪੈਰਾਂ ਥੱਲੋਂ ਜੀ ਜ਼ਮੀਨ ਖਿਸਕ ਗਈ। ਮੈਂ ਕਿਹਾ ਆਪਾਂ ਕੀ ਕਰੀ ਜਾਂਦੇ ਆ, ਆਪਾਂ ਆਪਦੇ ਬੱਚਿਆਂ ਨੂੰ ਇੱਥੇ ਪੜ੍ਹਾਉਣੇ ਲਿਖਾਉਣੇ ਆ, ਤੇ ਜਦੋਂ ਉਹਨਾਂ ਦਾ ਟਾਈਮ ਆਉਂਦਾ ਵੀ ਅਸੀਂ ਸੁਸਾਇਟੀ ਨੂੰ ਪੇ ਬੈਕ ਕਰੀਏ, 12ਵੀਂ ਕਲਾਸ ਅਸੀਂ ਬਾਹਰ ਭੇਜ ਦਿੰਦੇ ਹਾਂ ਵੀ ਜਾਓ ਵੀ ਦੂਸਰੇ ਦੇਸ਼ਾਂ ਦੇ ਵਿੱਚ ਕੰਮ ਕਰਕੇ ਆਓ। ਮੈਨੂੰ ਲੱਗਿਆ ਵੀ ਅੱਜ ਮੇਰੀ ਬੇਟੀ ਨੇ ਇੰਨੀ ਗੱਲ ਕਹੀ ਹੈ, ਕੱਲ੍ਹ ਨੂੰ ਇਹ ਵੀ ਕਹੂਗੀ ਵੀ ਮੈਂ ਵੀ ਬਾਹਰ ਜਾਣਾ ਹੈ, ਇਹ ਮੈਂ ਨਹੀਂ ਦੇਖ ਸਕਦਾ। ਮੈਨੂੰ ਲੱਗਿਆ ਵੀ ਮੈਨੂੰ ਹੁਣ ਕੁਛ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਇੱਕ ਸਟੇਟ ਬੈਂਕ ਦੇ ਵਿੱਚ ਹੁੰਦੇ ਹੋ, ਕਿਸੇ ਆਰਗੇਨਾਈਜੇਸ਼ਨ ਸੰਸਥਾ ਦੇ ਵਿੱਚ ਹੁੰਦੇ ਹੋ, ਤੁਹਾਨੂੰ ਐਕਸਟਰਾ ਚੀਜ਼ ਜਾਂ ਕੋਈ ਹੋਰ ਕੰਮ ਕਰਨ ਲਈ ਤੁਹਾਨੂੰ ਚਾਂਸਸ ਨਹੀਂ ਮਿਲਦੇ, ਕਿਉਂਕਿ ਤੁਹਾਡੀ ਆਪਦੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ, ਤੁਸੀਂ ਉਸ ਨੂੰ ਬਾਈਪਾਸ ਕਰਕੇ ਤੁਸੀਂ ਆਪਦਾ ਕੰਮ ਨਹੀਂ ਕਰ ਸਕਦੇ। ਤਾਂ ਮੇਰੇ ਬ੍ਰਦਰ ਆਲਰੇਡੀ ਮਲੂਕਾ IAS ਰਨ ਕਰਦੇ ਪਏ ਸੀ, ਤਾਂ ਮੈਂ ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਮੈਂ ਆਲਰੇਡੀ ਇਹ ਕੰਮ ਕਰਦਾ ਪਿਆ ਬਲਰਾਜ। ਤਾਂ ਅਸੀਂ ਦੋਨਾਂ ਨੇ ਸਲਾਹ ਕਰਕੇ ਫਿਰ ਇੱਕ ਚੰਡੀਗੜ੍ਹ ਦੇ ਵਿੱਚ ਮਲੂਕਾ IAS ਦੇ ਨਾਂ 'ਤੇ UPSC ਸ਼ੁਰੂ ਕੀਤੀ, ਜਿੱਥੇ ਅਸੀਂ ਬੱਚਿਆਂ ਨੂੰ UPSC ਤੇ PCS ਦੀ ਕੋਚਿੰਗ ਦਿੰਦੇ ਹਾਂ ਤੇ ਬੱਚਿਆਂ ਨੂੰ ਗਾਈਡ ਵੀ ਕਰਦੇ ਹਾਂ ਵੀ ਤੁਸੀਂ ਆਪਦੇ ਕੈਰੀਅਰ ਨੂੰ ਅੱਗੇ ਵੇ ਫਾਰਵਰਡ ਕਿਵੇਂ ਲੈ ਕੇ ਜਾਣਾ। ਸਾਰੀਆਂ ਜੰਗਾਂ ਸਿਰਫ ਜਿੱਤਣ ਲਈ ਨਹੀਂ ਲੜੀਆਂ ਜਾਂਦੀਆਂ, ਕੁਝ ਜੰਗਾਂ ਦੁਨੀਆ ਨੂੰ ਇਹ ਦੱਸਣ ਲਈ ਵੀ ਲੜੀਆਂ ਜਾਂਦੀਆਂ ਨੇ ਕਿ ਕੋਈ ਸੀ ਜੋ ਅੰਤ ਤੱਕ ਡਟਿਆ ਰਿਹਾ। ਪਰ ਜਦੋਂ ਉਹਨਾਂ ਸਕੂਲਾਂ ਬੱਚਿਆਂ ਨੂੰ ਆਪਾਂ ਸਿਖਾਉਣੇ ਹੈ ਇਹ ਚੀਜ਼ਾਂ, ਤੇ ਜਦੋਂ ਉਹਨਾਂ ਦੀ ਵਾਰੀ ਸੁਸਾਇਟੀ ਨੂੰ ਦੇਣ ਦੀ ਵਾਪਸ ਆਉਂਦੀ ਹੈ ਤੇ ਆਪਾਂ ਉਹਨਾਂ ਨੂੰ ਬਾਹਰ ਭੇਜ ਦਿੰਦੇ ਹਾਂ। ਆਪਣੇ 'ਚ ਬੜਾ ਜਜ਼ਬਾ ਹੈ, ਆਪਣੇ 'ਚ ਬੜੀ ਹਿੰਮਤ ਹੈ, ਆਪਣੇ 'ਚ ਬੜਾ ਟੈਲੈਂਟ ਹੈ, ਤਾਂ ਪੰਜਾਬੀਓ, ਹਿੰਦੁਸਤਾਨੀਓ,
पंजाब ना छड्ड के जाओ, हिंदुस्तान ना छड्ड के जाओ, इत्थे बहुत ही ज़्यादा तकड़ियां अपॉर्चुनिटीज़ है, आपां अफसर बनीए। थैंक यू सो मच। मैं इस प्लेटफॉर्म जोश टॉक्स नूं ਇਹ ਓਪਰਚੁਨਿਟੀ ਦੇਣ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਇਹਨਾਂ ਦੇ ਜਿਹੜਾ ਇਹਨਾਂ ਨੇ ਟੀਚਾ ਮੱਲਿਆ ਹੈ ਵੀ ਅਸੀਂ ਸੁਸਾਇਟੀ ਨੂੰ ਇੱਕ ਸਹੀ ਦਿਸ਼ਾ ਦੇਣੀ ਹੈ, ਇਹ ਬਿਲਕੁਲ ਸਹੀ ਦਿਸ਼ਾ ਵੱਲ ਸੁਸਾਇਟੀ ਨੂੰ ਲੈ ਕੇ ਜਾ ਰਹੇ ਹੈ। ਤਾਂ ਥੈਂਕ ਯੂ ਸੋ ਮਚ ਐਂਡ ਕੰਗ੍ਰੈਚੁਲੇਸ਼ਨਸ ਟੂ ਜੋਸ਼ ਟਾਕ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।